ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਗੁੱਟ ਦੇ ਵੱਲੋਂ ਕੀਤਾ ਗਿਆ ਲੁਧਿਆਣਾ ਦੇ ਵਿੱਚ ਐਲਾਨ। ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਚਰਚਾ ਨੂੰ ਜਾਂ ਕਹੀਏ ਕਿ ਸਿਆਸੀ ਜੰਗ ਨੂੰ ਛਿੜ ਗਿਆ ਤੇ ਇਸ ਵਿਚਾਲੇ ਉਹਨਾਂ ਦੇ ਪੁਰਾਣੇ ਸਾਥੀ ਜਿਹੜੇ ਸੀਗੇ ਉਹ ਵੀ ਹੁਣ ਬਾਗੀ ਹੋਏ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਜੰਗ ਛਿੜੀ ਹੈ। ਅੱਜ ਜ਼ਿਕਰ ਉਸ ਦਾ ਹੀ ਕਰਾਂਗੇ। ਜੀ ਹਾਂ, ਅਕਾਲੀ ਦਲ ਵਰਸਸ ਢੀਂਡਸਾ ਵਰਸਸ ਟਕਸਾਲੀ। ਇਸ ਸਮੇਂ ਇਹ ਤਸਵੀਰ ਪੰਜਾਬ ਦੇ ਵਿੱਚ ਨਜ਼ਰ ਆਉਂਦੀ ਹੈ। ਢੀਂਡਸਾ ਪਰਿਵਾਰ ਨੇ ਅਕਾਲੀ ਦਲ ਦੇ ਉੱਤੇ ਦਾਅਵਾ ਠੋਕ ਦਿੱਤਾ ਹੈ, ਟਕਸਾਲੀਆਂ ਨੇ ਢੀਂਡਸਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਉਧਰ ਅਕਾਲੀ ਦਲ ਪੂਰੇ ਵਿਵਾਦ ਦੇ ਪਿੱਛੇ ਕਾਂਗਰਸ ਦਾ ਹੱਥ ਦੱਸ ਰਿਹਾ ਹੈ। ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਕੁਝ ਸਮੇਂ ਤੱਕ ਪਹਿਲਾਂ ਜੋ ਸੀ ਉਹਨਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਨੇ, ਉਹਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ, ਉਹਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਨਾਮ ਨੇ। ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਅਲੱਗ ਹੋਏ, ਨਵੀਂ ਪਾਰਟੀ ਬਣਾ ਦਿੱਤੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਉਸ ਤੋਂ ਬਾਅਦ ਢੀਂਡਸਾ ਪਰਿਵਾਰ ਵੀ ਅਲੱਗ ਹੁੰਦਾ ਹੈ। ਸੰਗਰੂਰ 'ਚ ਪਹਿਲਾਂ ਰੈਲੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਰਵਰੀ ਮਹੀਨੇ 'ਚ ਰੈਲੀ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ ਇੱਕ ਇਕੱਠ ਕਰਕੇ ਉਸ ਦੇ ਵਿੱਚ ਨਵੀਂ ਪਾਰਟੀ ਦੇ ਐਲਾਨ ਦੀ ਚਰਚਾ ਸੀ, ਪਰ ਉੱਥੇ ਕਹਿ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸਾਡਾ ਹੈ। ਉਸ ਦੇ ਉੱਤੇ ਹੱਕ ਜਤਾ ਦਿੱਤਾ ਗਿਆ ਤੇ ਇਹ ਇੱਕ ਪੂਰਾ ਜਿਹੜਾ ਵਿਵਾਦ ਲਾਜ਼ਮੀ ਤੌਰ ਤੇ ਨਜ਼ਰ ਆਉਂਦਾ ਸੀ। ਪਰ ਦੂਜੇ ਪਾਸੇ ਟਕਸਾਲੀ ਅਕਾਲੀ ਦਲ ਦੇ ਮੋਹਰੀ ਜਿਹੜੇ ਹੈਗੇ ਨੇ ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਨੇ ਵੀ ਨਿਊਜ਼ 18 ਦੇ ਨਾਲ ਗੱਲਬਾਤ ਕਰਕੇ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ ਮੋਰਚਾ ਖੋਲ ਦਿੱਤਾ। ਉਹ ਕਹਿ ਰਹੇ ਨੇ ਕਿ ਹਥਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਸ ਤਰੀਕੇ ਨਾਲ ਸਾਡੇ ਆਗੂਆਂ ਨੂੰ ਹਟਾਇਆ ਗਿਆ ਜਾਂ ਸਾਡੇ ਪਾਰਟੀ ਦੇ ਵਿੱਚ ਸੰਨ ਲਗਾਈ ਗਈ, ਤਾਂ ਢੀਂਡਸਾ ਦੇ ਉੱਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਡਾ ਹਮਲਾ ਬੋਲਦੇ ਵੀ ਨਜ਼ਰ ਆਏ ਨੇ। तो इस समय ਵੱਖ-ਵੱਖ सियासी पार्टियां पर व्यापक सियासी पार्टी जो पार्टियां ਦੇ ਆਗੂ जो इन्हां दी बैकग्राउंड ਤੁਸੀਂ ਕਹਿ ਸਕਦੇ ਹੋ ਇੱਕੋ ਪਾਰਟੀ ਦੇ ਨਾਲ ਜੋ ਤਾਲੁਕ ਰੱਖਦੇ ਨੇ, ਹੁਣ ਵਿਵਾਦ ਕਿਤੇ ਨਾ ਕਿਤੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਸੁਣਾਉਂਦੇ ਹਾਂ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ। ਟਕਸਾਲੀ ਆਗੂ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਤੇ ਦੂਜੇ ਪਾਸੇ ਟਕਸਾਲੀ ਆਗੂ ਕੀ ਕੁਝ ਕਹਿ ਰਹੇ ਨੇ। ਰਾਜ ਸਭਾ ਮੈਂਬਰ ਮੇਰੇ ਨਾਲ ਨੇ, ਕੱਲ ਇਹਨਾਂ ਨੇ ਪਾਰਟੀ ਬਣਾਈ ਔਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡੀ ਪਾਰਟੀ ਦਾ ਨਾਮ ਕੀ ਹੈ? ਨਾਮ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਇੱਕ ਰਜਿਸਟਰਡ ਪਾਰਟੀ ਹੈ, ਤਾਂ ਅਜਿਹੇ 'ਚ ਕਿਵੇਂ ਫਿਰ? ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਇੱਕ ਲੰਬੀ ਪਾਰੀ ਸ਼੍ਰੋਮਣੀ ਅਕਾਲੀ ਦਲ 'ਚ ਖੇਡੀ ਸੀਗੀ। ਉਸ ਤੋਂ ਬਾਅਦ ਇਹ ਹੋਇਆ ਕਿ ਤੁਹਾਡੀ ਗਤੀਵਿਧੀਆਂ ਨੂੰ ਲੈ ਕੇ ਜਿਹੜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਬਾਹਰ ਕੱਢ ਦਿੱਤਾ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿਵੇਂ ਹੋਈ? ਉਹਨਾਂ ਨੇ ਸਾਨੂੰ ਬਾਹਰ ਕੱਢ ਦਿੱਤਾ। 23 ਤਾਰੀਖ ਨੂੰ ਸਾਡੀ ਰੈਲੀ ਹੋਈ, ਉੱਥੇ ਸਾਡੇ ਵਰਕਰਾਂ ਨੂੰ ਬਾਹਰ ਕੱਢ ਦਿੱਤਾ। ਉਹਨੇ ਕਿਹਾ ਵੀ ਇਹਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ। ਸਾਡੀ ਰੈਲੀ ਉਹਨਾਂ ਨੂੰ ਵੱਡੀ ਸੀ, ਸਾਡੇ ਵਰਕਰ ਜ਼ਿਆਦਾ ਸੀ ਉਹਨਾਂ ਨਾਲੋਂ। ਨੰਬਰ 2 ਕੱਲ੍ਹ ਵੀ ਦੇਖ ਲਓ ਕਿੰਨੇ ਸਾਰੇ ਅਕਾਲੀ ਸੀ ਸਾਡੇ। ਉਹ ਤਾਂ ਇੱਧਰ ਉੱਧਰੋਂ ਵੀ ਇਕੱਠੇ ਕਰ ਲੈਂਦੇ ਨਾ, ਤੇ ਲੇਕਿਨ ਸਾਡੇ ਸਾਰੇ ਕੱਲ੍ਹ ਅਕਾਲੀ ਸੀ। ਔਰ ਇੰਨੀ ਗਰਮੀ ਦੇ ਬਾਵਜੂਦ ਜੋ ਕੁਛ ਹੋਇਆ ਤਾਂ ਉਹਨਾਂ ਨੇ ਕਿੰਨੇ ਉਤਸ਼ਾਹ ਨਾਲ ਰੱਖਿਆ ਕਿ ਅਸਲੀ ਅਕਾਲੀ ਦਲ ਸਾਡਾ ਹੈ। ਫਿਰ ਇੱਕ ਹੋਰ ਦੱਸਿਆ, ਅਸੀਂ ਅਕਾਲੀ ਹੈਗੇ ਹਾਂ, ਅਕਾਲੀ ਰਹਾਂਗੇ, ਅਕਾਲੀ ਮਰਾਂਗੇ। ਲੇਕਿਨ ਕੱਲ ਬਕਾਇਦਾ ਤੌਰ ਤੇ ਦਿਲਜੀਤ ਸਿੰਘ ਚੀਮਾ ਹੋਰੇ ਕਹਿ ਰਹੇ ਸੀਗੇ ਕਿ ਇਹ ਫਰੋਡ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਹੋਰੀ, ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਤਾਂ ਕਿਵੇਂ ਤੁਸੀਂ ਇਹ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਰਾਣੀ ਟੀਮ ਹੈ ਉਹ ਸਾਰੀ ਇਹ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ। ਉਹ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਦੇ ਨੇ, ਤੁਹਾਡੇ ਸਾਹਮਣੇ ਲਿਖਦੇ ਨਹੀਂ। ਫਿਰ ਜਿਹੜੇ ਉਹ ਸ਼੍ਰੋਮਣੀ ਅਕਾਲੀ ਬਾਦਲ ਲਿਖਦੇ ਨੇ, ਇਕੱਲਾ ਸ਼੍ਰੋਮਣੀ ਅਕਾਲੀ ਦਲ ਲਿਖਾਂਗੇ ਫਿਰ ਸਾਡਾ ਠੀਕ ਹੋਏਗਾ, ਉਹਨਾਂ ਦਾ ਠੀਕ ਹੋਇਆ? ਉਹ ਤਾਂ ਇੱਕ ਗਰੁੱਪ ਦਾ ਹੋ ਗਿਆ ਨਾ, ਬਾਦਲ ਗਰੁੱਪ ਦਾ। ਇਸ ਕਰਕੇ ਮੈਂ ਕਹਿੰਦਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਸਾਡਾ ਸ਼੍ਰੋਮਣੀ ਅਕਾਲੀ ਦਲ। ਤਾਂ ਸਿੰਬਲ ਵੀ ਉਹੀ ਰਹੇਗਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਾ। ਫਿਰ ਜਦੋਂ ਚੋਣਾਂ ਆਉਣਗੀਆਂ ਕਿਵੇਂ ਲੋਕ ਜਿਹੜੇ ਨੇ ਇਸ ਗੱਲ ਨੂੰ ਤੈਅ ਕਰਨਗੇ? ਇਹ ਲੀਗਲੀ ਤੈਅ ਕਰਾਂਗੇ ਕਿ ਇਹ ਸਿੰਬਲ ਕਿਹਦੇ ਕੋਲ ਜਾਣਾ ਚਾਹੀਦਾ। ਤੇ ਇਲੈਕਸ਼ਨ ਕਮਿਸ਼ਨ ਫਰੀਜ਼ ਵੀ ਕਰ ਸਕਦਾ, ਇਲੈਕਸ਼ਨ ਸਾਨੂੰ ਵੀ ਦੇ ਸਕਦਾ, ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਵੀ ਦੇ ਸਕਦਾ। ਤੇ ਲੇਕਿਨ ਸਾਡਾ ਅਸੀਂ ਕਲੇਮ ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੰਕਜ ਕਪਾਹੀ ਔਰ ਅੱਜ ਸਾਡੇ ਨਾਲ ਨੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹੋਏ। ਬ੍ਰਹਮਪੁਰਾ ਜੀ, ਤੁਹਾਡੀ ਟਕਸਾਲੀ ਅਕਾਲੀ ਦਲ, ਤੁਹਾਡੇ ਆਪਣੇ ਸਾਥੀ ਵੀਰ ਦਵਿੰਦਰ ਹੋਰੀ, ਸੇਵਾ ਸਿੰਘ ਸੇਖਵਾ ਹੋਰੀ, ਢੀਂਡਸਾ ਹੋਰਾਂ ਦੇ ਨਾਲ ਚੱਲਣ ਨੂੰ ਤਿਆਰ ਨੇ। ਉਹ ਤੁਹਾਡੀ ਪਾਰਟੀ ਛੱਡ ਕੇ ਉਧਰਲੇ ਪਾਸੇ ਹੋ ਗਏ ਨੇ, ਕਿਵੇਂ ਦੇਖਦੇ ਹੋ? ਵੇਖੋ ਜੀ, ਮੈਂ ਤੇ ਉਹ ਅਖੀਰ ਤੱਕ ਜਿੰਨਾ ਚਿਰ ਮੈਂ ਆਪ ਨੇ ਉਹਨਾਂ ਦੀ ਫੋਟੋ ਵੇਖ ਲਈ, ਮੈਂ ਤੇ ਯਕੀਨ ਨਹੀਂ ਹਾਂ ਕਰਦਾ ਕਿ ਰੋਜ਼ ਬਿਨਾਂ ਵਜ੍ਹਾ ਤੋਂ ਮੈਨੂੰ ਰੋਜ਼ ਇਹ ਗੱਲ ਕਹਿੰਦੇ ਸੀ, ਬ੍ਰਹਮਪੁਰਾ ਜੀ ਜੋ ਤੁਹਾਡਾ ਹੁਕਮ ਹੈ ਉਹ ਸਾਡੇ ਵਾਸਤੇ ਲਾਈ, ਅਸੀਂ ਤੁਹਾਡੇ ਸਿਪਾਹੀ ਹਾਂ, ਤੁਸੀਂ ਸਾਡੇ ਜਰਨੈਲ।
ਤੇ ਉਹ ਤਾਂ ਸਗੋਂ ਮੈਨੂੰ ਇਹ ਕਹਿੰਦੇ ਸੀ ਵੀ ਜੇ ਆਪੋ ਤੇ ਅਸੀਂ ਢੀਂਡਸਾ ਸਾਹਿਬ ਨੂੰ ਗੰਨੇ ਪਚਾਨੇ ਮਿਲ ਕੇ ਤੇ ਉਹ ਸਾਨੂੰ ਆਦੇ ਨੂੰ ਗੱਲ ਕਰਨੀ ਚਾਹੁੰਦੇ, ਤੇ ਮੈਂ ਕਰੋ ਕੋਈ ਜੋ ਮਰਜ਼ੀ ਕਰੋ। ਮੈਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਇਹ ਪਾਰਟੀ ਦੇ ਵਿੱਚ ਇਹਨੇ ਆਪਣੇ ਨੇ ਜਿਹੜਾ ਸ਼ੇਖ ਮਾਨ ਸਾਹਿਬ ਇਹਨੇ ਉੱਠ ਕੇ ਉਹਨਾਂ ਦੇ ਗੱਲ 'ਚ ਹਾਰ ਨਾਮ ਕਰ ਦਿੱਤਾ, ਪੂਰੀ ਤੀਰ ਕੀਤੀ ਹੈ, ਮਜੀਦ ਕੀਤੀ ਹੈ, ਕੀ ਕੀਤਾ। ਤਾਂ ਫਿਰ ਮੈਨੂੰ ਉਦੋਂ ਪਤਾ ਲੱਗਾ ਵੀ ਇਹ ਬੰਦੇ ਤਾਂ ਜਿਹੜੇ ਮੈਨੂੰ ਛੁਰੇ ਵਾਲੀ ਗੱਲ ਹੀ ਆ ਵੀ ਛੁਰਾ ਹੀ ਮਾਰ ਗਏ, ਨਹੀਂ ਤਾਂ ਚਲੋ ਦੱਸ ਕੇ ਵੀ ਚਲੇ ਜਾਂਦੇ ਤੇ ਮੈਂ ਕਿਹੜਾ ਉਹਨਾਂ ਦੀ ਬਾਂਹ ਰੋੜ ਲੈਣੀ। ਕਿੰਨੇ ਤੁਹਾਡੀ ਪਿੱਠ 'ਚ ਛੁਰਾ ਮਾਰਿਆ ਤੁਸੀਂ ਕਹਿ ਰਹੇ? ਆ ਜਿਹੜੇ ਲੋਕ ਜਿਹੜੇ ਮੇਰੇ ਨਾਲ ਚੱਲੇ ਆ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੇ ਅਰਦਾਸਾਂ ਕੀਤੀਆਂ, ਕੌਣ ਖਾਸ ਕਰਕੇ ਸ਼ੇਖ ਮਾਨ ਸਾਹਿਬ ਜੀ। ਲੇਕਿਨ ਤਾਂ ਇੱਕ ਦੂਜੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ, ਦੂਜੇ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਇਸ ਚਲੇ ਢੀਂਡਸਾ ਪਰਿਵਾਰ ਤਾਂ ਜਾਂ ਕਹੀਏ ਕਿ ਢੀਂਡਸਾ ਧੜਾ ਤਾਂ ਇਸ ਸਮੇਂ ਹੱਕ ਜਤਾਉਂਦਾ ਅਕਾਲੀ ਦਲ ਦੇ ਉੱਤੇ ਵੀ ਨਜ਼ਰ ਆ ਰਿਹਾ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਸਾਡੇ ਨਾਲ ਸਹਿਯੋਗੀ ਜੁੜ ਰਹੇ ਨੇ, ਅਕਾਲੀ ਦਲ ਤੋਂ ਵੀ, ਢੀਂਡਸਾ ਪਰਿਵਾਰ ਜਾਂ ਢੀਂਡਸਾ ਧਿਰ ਤੋਂ ਵੀ, ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਵੀ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜ ਰਹੇ ਨੇ ਵਿਰਸਾ ਸਿੰਘ ਵਲਟੋਹਾ ਜੀ, ਸਾਡੇ ਨਾਲ ਢੀਂਡਸਾ ਗਰੁੱਪ ਤੋਂ ਜੁੜ ਰਹੇ ਨੇ ਬੀਰ ਦਵਿੰਦਰ ਜੀ, ਤੇ ਇਸ ਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ ਜੁੜ ਰਹੇ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ-ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਬੀਰ ਦਵਿੰਦਰ ਜੀ ਤੁਹਾਡੇ ਤੋਂ। ਬਹੁਤ ਸੀਰੀਅਸ ਐਲੀਗੇਸ਼ਨਸ ਨੇ, ਤੁਸੀਂ ਕੱਲ ਤੱਕ ਸੀਗੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ, ਅੱਜ ਰਣਜੀਤ ਸਿੰਘ ਬ੍ਰਹਮਪੁਰਾ ਕਹਿ ਰਹੇ ਨੇ ਕਿ ਢੀਂਡਸਾ ਨੇ ਸਾਡੇ ਪਰਿਵਾਰ ਦੇ ਵਿੱਚ ਸੰਨ ਲਗਾਤੀ, ਸਾਡੀ ਪਾਰਟੀ ਸੰਨ ਲਗਾ ਦਿੱਤੀ, ਮੈਂ ਨਹੀਂ ਕਦੇ ਜਾਣਾ ਢੀਂਡਸਾ ਦੇ ਨਾਲ। ਸਾਫ਼ ਇਨਕਾਰ ਕਰ ਰਹੇ ਨੇ ਕਿ ਮੈਂ ਢੀਂਡਸਾ ਦੇ ਨਾਲ ਤਾਂ ਹੁਣ ਕਦੇ ਨਹੀਂ ਜਾਊਂਗਾ। ਯਾਨੀ ਮੁਕਾਬਲੇ ਤੋਂ ਪਹਿਲਾਂ ਹੀ ਤੁਸੀਂ ਅਲੱਗ-ਅਲੱਗ ਨਜ਼ਰ ਆ ਰਹੇ ਹੋ ਤਾਂ 2022 ਬਹੁਤ ਦੂਰ ਹੈ ਅਜੇ। ਅਰਜ਼ੇ ਹੈ ਜੀ ਕਿ ਨਵੰਬਰ 2019 ਤੋਂ ਏਕਤਾ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਖੁਦ ਚੱਲ ਕੇ ਢੀਂਡਸਾ ਸਾਹਿਬ ਦੇ ਘਰ ਗਏ ਸੀ, ਉਹਨਾਂ ਦੇ ਨਾਲ ਏਕਤਾ ਦਾ ਵਾਰਤਾਲਾਪ ਸ਼ੁਰੂ ਕੀਤਾ। ਉਦੋਂ ਤੇ ਸਾਨੂੰ ਪਤਾ ਵੀ ਨਹੀਂ ਸੀ, ਸਾਨੂੰ ਬਾਅਦ 'ਚ ਪਤਾ ਲੱਗਾ ਵੀ ਬ੍ਰਹਮਪੁਰਾ ਸਾਹਿਬ ਢੀਂਡਸਾ ਦੇ ਪਾਸ ਇਹ ਪ੍ਰਸਤਾਵ ਲੈ ਕੇ ਗਏ। ਉੱਥੇ ਰਵਿੰਦਰ ਸਿੰਘ ਵੀ ਮੌਜੂਦ ਸੀ। ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਕਿਉਂਕਿ ਸ਼ਤਾਬਦੀ ਜਿਹੜੀ ਹੈਗੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਆ ਰਹੀ ਹੈ 2020 'ਚ, ਤੇ ਇਸ ਕਰਕੇ ਇਹ ਇਕੱਠੇ ਤੌਰ ਤੇ ਮਨਾਉਣ ਦਾ ਪ੍ਰੋਗਰਾਮ ਬਣਿਆ, ਜਿਹਦੀ ਇਬਤਦਾਈ ਮੀਟਿੰਗ ਜਿਹੜੀ ਸੀ ਉਹ 14 ਦਸੰਬਰ ਨੂੰ ਅੰਮ੍ਰਿਤਸਰ ਹੋਈ। ਜਿਹਦੀ ਜਿਹੜੀ ਮੀਟਿੰਗ ਵੀ ਬ੍ਰਹਮਪੁਰਾ ਸਾਹਿਬ ਨੇ ਤੈਅ ਕੀਤੀ, ਉਹਦੇ ਸਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਏ, ਉਹਦੇ ਵਿੱਚ ਸਰ ਰਵਿੰਦਰ ਸਿੰਘ ਵੀ ਸ਼ਾਮਲ ਹੋਏ, ਉਹਦੇ ਵਿੱਚ ਦਿੱਲੀ ਤੋਂ ਆਪਣਾ ਸਾਹਿਬ ਪਰਮਜੀਤ ਸਿੰਘ ਸਰਨਾ ਵੀ ਸ਼ਾਮਲ ਹੋਏ, ਜੀਕੇ ਸਾਹਿਬ ਵੀ ਸ਼ਾਮਲ ਹੋਏ, ਅਸੀਂ ਵੀ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਸੀ ਉਹ ਪੰਜਾਬ ਔਰ ਬਾਹਰਲੇ ਸੂਬਿਆਂ ਤੋਂ ਸ਼ਾਮਲ ਹੋਏ। ਉੱਥੇ ਇਹ ਮੁੱਢ ਬੰਨਿਆ ਕਿ ਸਾਂਝੇ ਤੌਰ ਤੇ ਅਸੀਂ ਸ਼ਤਾਬਦੀ ਵੀ ਮਨਾਉਣੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਖਿਲਾਫ ਸਿਆਸੀ ਜੰਗ ਜਿਹੜੀ ਆ ਲੜਨੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਾਉਣਾ ਹੈ। ਉਸ ਤੋਂ ਬਾਅਦ ਉਸ ਕੜੀ 'ਚ ਫਿਰ ਇੱਕ ਦਿੱਲੀ ਮੀਟਿੰਗ ਹੋਈ ਜਿਹੜੀ ਜੀਕੇ ਸਾਹਿਬ ਨੇ ਸੱਦੀ, ਉਹਦੇ 'ਚ ਫਿਰ ਸਾਰੇ ਇਸੇ ਤਰ੍ਹਾਂ ਇਕੱਠੇ ਸ਼ਾਮਲ ਹੋਏ। ਉਸ ਤੋਂ ਬਾਅਦ ਬ੍ਰਹਮਪੁਰਾ ਸਾਹਿਬ ਨੇ ਇੱਕ ਮੀਟਿੰਗ ਰੱਖੀ ਤਰਨਤਾਰਨ ਦੇ ਲਾਗੇ, ਉਹਦੇ 'ਚ ਇਹਨਾਂ ਨੇ ਢੀਂਡਸਾ ਸਾਹਿਬ ਨੂੰ ਸਾਰਿਆਂ ਨੂੰ ਸੱਦਾ ਦਿੱਤਾ, ਉਹਦੇ 'ਚ ਅਸੀਂ ਫੇਰ ਸ਼ਾਮਲ ਹੋਏ। ਉਹਦੇ 'ਚ ਵੀ ਫੈਸਲਾ ਹੋਇਆ ਕਿ ਇਕੱਠੇ ਲੜਾਈ ਲੜਨੀ ਹੈ। ਥੋੜਾ ਜਿਹਾ ਸੰਖੇਪ ਦੇ ਵਿੱਚ, ਆਪਣੇ ਕੋਲ ਸਮਾਂ ਬਹੁਤ ਲਿਮਟਿਡ ਹੁੰਦਾ ਹੈ। ਦੇਖੋ ਮੇਰਾ ਸਵਾਲ ਬਹੁਤ ਸਿੱਧਾ ਹੈ, ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਇੰਨੀਆਂ ਸਾਰੀਆਂ ਮੀਟਿੰਗ ਹੋ ਗਈਆਂ, ਮਤੇ ਪਾਲੇ ਗਏ, ਪਰ ਜਦੋਂ ਗੱਲ ਆਈ ਅਨਾਉਂਸਮੈਂਟ ਦੀ ਤਾਂ ਹੁਣ ਅਲੱਗ-ਅਲੱਗ ਨਜ਼ਰ ਆਉਂਦੇ ਨੇ। ਸੁਖਦੇਵ ਸਿੰਘ ਢੀਂਡਸਾ ਅਲੱਗ ਨੇ, ਰਣਜੀਤ ਸਿੰਘ ਬ੍ਰਹਮਪੁਰਾ ਅਲੱਗ ਨੇ, ਜਾਂ ਕਹੀਏ ਕਿ ਇਸ ਸਮੇਂ ਆਮੋ ਸਾਹਮਣੇ ਨੇ। ਰਣਜੀਤ ਸਿੰਘ ਬ੍ਰਹਮਪੁਰਾ ਦਾ ਤੁਸੀਂ ਬਿਆਨ ਸੁਣਿਆ ਹੋਵੇਗਾ, ਉਹ ਕਹਿ ਰਹੇ ਨੇ ਕਿ ਮੈਂ ਨਹੀਂ ਜਾਂਦਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ। ਇੱਕ ਤਾਂ ਤੁਸੀਂ ਸਵਾਲ ਕੀਤਾ, ਦੂਜਾ ਬ੍ਰਹਮਪੁਰਾ ਸਾਹਿਬ ਨੂੰ ਸੁਣਾਇਆ, ਉਹਨਾਂ ਨੇ ਕਿਹਾ ਛੁਰਾ ਮਾਰ ਗਏ। ਮੈਂ ਇਹ ਕਹਿ ਰਿਹਾ ਵੀ ਇਹ ਕੋਈ ਛੁਰਾ ਨਹੀਂ ਹੈ, ਕਿਉਂਕਿ ਇਹ ਸਾਰਾ ਕੁਝ ਉਹਨਾਂ ਨੇ ਆਪ ਸ਼ੁਰੂ ਕੀਤਾ। ਫਿਰ ਜਿਹੜੀ ਮੀਟਿੰਗ ਹੋਈ ਸੰਗਰੂਰ, ਸਭ ਤੋਂ ਵੱਡੀ ਢੀਂਡਸਾ ਸਾਹਿਬ ਨੇ ਕੀਤੀ, ਉੱਥੇ ਫੇਰ ਸਾਰੇ ਗਏ। ਉੱਥੇ ਮਤਾ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਸਾਰੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਹਟਾਤਾ। ਤੇ ਇਹ ਪ੍ਰੋਸੈਸ ਤਾਂ ਆਪ ਬ੍ਰਹਮਪੁਰਾ ਸਾਹਿਬ ਨੇ ਸ਼ੁਰੂ ਕੀਤਾ ਹੈ, ਅਸੀਂ ਸਾਰੇ ਉਹਦੇ ਵਿੱਚ ਸ਼ਾਮਲ ਸੀ ਕਿ ਏਕਤਾ ਹੋਣੀ ਚਾਹੀਦੀ ਹੈ। ਔਰ ਸਾਡੀਆਂ ਜਿੰਨੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਹੋਈਆਂ, ਅਸੀਂ ਬੜੇ ਜ਼ੋਰ ਨਾਲ
ਬ੍ਰਹਮਪੁਰਾ ਸਾਹਿਬ ਨੂੰ ਕਿਹਾ ਕਿ ਅਧਿਕਾਰ ਇਹ ਦਿੱਤਾ ਸੀ ਕਿ ਤੁਸੀਂ ਜਾ ਕੇ ਢੀਂਡਸਾ ਸਾਹਿਬ ਨਾਲ ਗੱਲ ਕਰੋ, ਹੈ ਜੀ। ਲੇਕਿਨ ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਉਹ ਨਹੀਂ ਜਾ ਸਕੇ। ਉਦੋਂ ਬਾਅਦ ਢੀਂਡਸਾ ਸਾਹਿਬ ਸੇਵਾ ਸਿੰਘ ਸੇਖਵਾਂ ਦੇ ਨਾਲ ਫੇਰ ਇਹਨਾਂ ਨੂੰ ਆ ਕੇ ਮਿਲੇ। तो ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹਾਮੀ ਸੀ ਕਿ ਏਕਤਾ ਹੋਣੀ ਚਾਹੀਦੀ ਹੈ। ਔਰ ਜਦੋਂ ਪ੍ਰਧਾਨ ਜੀ ਇਹ ਕਹਿ ਰਹੇ ਨੇ ਬ੍ਰਹਮਪੁਰਾ ਸਾਹਿਬ ਕਿ ਮੈਂ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਧਾਨਗੀ ਆਫਰ ਕਰ ਦਿੱਤੀ ਕਿ ਮੈਂ ਸਟੈਪ ਡਾਊਨ ਕਰਦਾ, ਇਹਦਾ ਮਤਲਬ ਇਹ ਆ ਵੀ ਸਭ ਤੋਂ ਪਹਿਲਾਂ ਤੇ ਬ੍ਰਹਮਪੁਰਾ ਸਾਹਿਬ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਲੀਡਰ ਮੰਨਿਆ। ਜਦ ਉਹਨਾਂ ਨੇ ਪ੍ਰਧਾਨਗੀ ਅਕਾਲੀ ਦਲ ਦੀ ਉਹਨਾਂ ਨੂੰ ਦੇਣ ਦਾ ਐਲਾਨ ਕਰਤਾ ਤੇ ਅਸੀਂ ਤਾਂ ਫਿਰ ਉਹਨਾਂ ਦੇ ਪਿੱਛੇ ਜਾ ਰਹੇ ਹਾਂ। ਬ੍ਰਹਮਪੁਰਾ ਸਾਹਿਬ ਦਾ ਮੂਡ ਕਿਉਂ ਬਦਲ ਗਿਆ ਕਿ ਉਹਨਾਂ ਨੂੰ ਨੋਟਿਸ ਦੇ ਵਿੱਚ ਜਾਂ ਉਹਨਾਂ ਨੂੰ ਕਾਨਫਰੰਸ ਦੇ ਵਿੱਚ ਨਹੀਂ ਲਿਆ ਗਿਆ? ਮੈਂ ਤੁਹਾਡੇ ਕੋਲ ਸਰ ਵਾਪਸ ਆਉਂਗਾ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ, ਵਿਰਸਾ ਸਿੰਘ ਬਲਟੋਆ ਜੀ ਨੇ। ਬਲਟੋਆ ਸਾਹਿਬ ਦਾ ਮੈਂ ਰੁਕ ਕਰੂੰਗਾ। ਬਲਟੋਆ ਸਾਹਿਬ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਤੁਹਾਡਾ ਰਿਐਕਸ਼ਨ ਜਾਣਨਾ ਚਾਹਾਂਗੇ ਇਸ ਪੂਰੇ ਮਾਮਲੇ ਉੱਤੇ, ਕਿਉਂਕਿ ਦਾਅਵਾ ਤਾਂ ਇਹ ਕਰ ਦਿੱਤਾ ਗਿਆ ਲੁਧਿਆਣਾ ਵਾਲੀ ਇਸ ਪੂਰੀ ਮੀਟਿੰਗ ਦੇ ਵਿੱਚ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲ ਦਿੱਤਾ। ਇੱਥੋਂ ਤੱਕ ਹੁਣ ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਨੇ ਕਿ ਅਸੀਂ ਤਾਂ ਪਾਰਟੀ ਸਿੰਬਲ ਦੇ ਉੱਤੇ ਵੀ ਦਾਅਵਾ ਕਰਾਂਗੇ ਇਲੈਕਸ਼ਨ ਕਮਿਸ਼ਨ 'ਚ ਜਾ ਕੇ ਕਿ ਤੱਕੜੀ ਚੋਣ ਨਿਸ਼ਾਨ ਸਾਨੂੰ ਦੇਵੋ, ਜਿਹੜਾ ਪਾਰਟੀ ਦਫ਼ਤਰ ਹੈ ਉਹ ਸਾਡਾ ਹੈ, ਸਾਡਾ ਹੱਕ ਹੋਣਾ ਚਾਹੀਦਾ ਹੈ, ਅਸੀਂ ਉੱਥੇ ਸਭ ਕੁਝ ਆਪਣੇ ਜਿਹੜੇ ਨੁਮਾਇੰਦੇ ਬਿਠਾਵਾਂਗੇ। ਮੈਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਔਰ ਕੋਰ ਕਮੇਟੀ ਦਾ ਵੀ ਮੈਂਬਰ ਸੀ, ਬੁਲਾਰਾ ਵੀ। ਸ਼ਬਦਾਂ 'ਚ ਕਹੂੰਗਾ ਢੀਂਡਸਾ ਸਾਹਿਬ ਵਰਗੇ 36 ਜਣੇ ਰੋਜ਼ਾਨਾ ਹੀ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਤੇ ਬਣਦੇ ਵੀ ਰਹੇ ਨੇ, ਬੀਤੇ ਵਿੱਚ ਵੀ ਬਣਦੇ ਰਹੇ ਨੇ। ਕਦੇ ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਬਣਿਆ, ਕਦੇ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਬਣਿਆ, ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਿੱਲੀ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਤੇ ਮੇਰਾ ਖਿਆਲ ਹੈ ਕਿ ਗੌਰਵ ਜੀ ਤੁਹਾਡੇ ਚੈਨਲ ਤੇ ਬਾਕੀ ਜਿੰਨੇ ਸਮੂਹ ਚੈਨਲ ਨੇ ਸਭ ਨੇ ਵਾਰ-ਵਾਰ ਜਦੋਂ ਬ੍ਰਹਮਪੁਰਾ ਸਾਹਿਬ ਵੱਖ ਹੋਏ ਸੀ, ਜਦੋਂ ਉਹਨਾਂ ਟਕਸਾਲੀ ਅਕਾਲੀ ਦਲ ਬਣਾਇਆ ਸੀ, ਅਕਾਲੀ ਦਲ ਖਤਮ ਹੋ ਗਿਆ ਜੀ, ਬ੍ਰਹਮਪੁਰਾ ਸਾਹਿਬ ਬਾਹਰ ਆ ਗਏ ਜੀ, ਹੁਣ ਨਹੀਂ ਲੱਭਦਾ ਅਕਾਲੀ ਦਲ ਜੀ, ਕੀ ਬਣੂ ਅਕਾਲੀ ਦਲ ਦਾ ਜੀ, ਡੈਂਟ ਪੈ ਗਿਆ ਜੀ। ਤੇ ਅੱਜ ਹੁਣ ਬ੍ਰਹਮਪੁਰਾ ਸਾਹਿਬ ਦਾ ਡੈਂਟ ਕੌਣ ਸਿੱਧਾ ਕਰੂਗਾ? ਤੁਸੀਂ ਕਰੋਗੇ ਜਾਂ ਵੀਰ ਦਵਿੰਦਰ ਜੀ ਸਿੱਧਾ ਕਰਨਗੇ, ਜਿਹੜੇ ਉਹਨਾਂ ਦੇ ਨਾਲ ਸੱਜੇ ਖੱਬੇ ਬਹਿੰਦੇ ਸੀ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਜੱਸ ਗਾਉਂਦੇ ਸੀ, ਉਹਨਾਂ ਦੀ ਲੀਡਰੀ ਕਬੂਲਦੇ ਸੀ, ਉਹਨਾਂ ਦੀ ਲੀਡਰ ਦੀ ਸਰਾਹਨਾ ਕਰਦੇ ਸੀਗੇ। ਔਰ ਸਰਦਾਰ ਸੇਵਾ ਸਿੰਘ ਸੇਖਵਾਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਹੁੰ ਖਾ ਕੇ ਬ੍ਰਹਮਪੁਰਾ ਸਾਹਿਬ ਦੇ ਨਾਲ ਤੁਰੇ ਸੀ, ਅੱਜ ਵੱਖਰੀ ਗੱਲ ਢੀਂਡਸਾ ਸਾਹਿਬ ਨਾਲ ਚਲੇ ਗਏ। ਪਰ ਇਸ ਗੱਲ ਦਾ ਜਵਾਬ ਤੇ ਦੇਣਾ ਪਊ, ਸ਼੍ਰੀ ਅਕਾਲ ਤਖਤ ਸਾਹਿਬ ਤੇ ਖਾਧੀ ਹੋਈ ਸਹੁੰ ਦਾ ਕੀ ਬਣੂਗਾ? ਇਸ ਕਰਕੇ ਇਹਨਾਂ ਲੋਕਾਂ ਦਾ ਕੋਈ ਇਤਬਾਰ ਨਹੀਂ, ਇਹ ਕਿਸੇ ਦੇ ਸਗੇ ਨਹੀਂ। ਪਰ ਮੈਨੂੰ ਬ੍ਰਹਮਪੁਰਾ ਸਾਹਿਬ ਨਾਲ ਹਮਦਰਦੀ ਹੈ, ਮੈਂ ਬ੍ਰਹਮਪੁਰਾ ਸਾਹਿਬ ਨਾਲ ਦੁੱਖ ਸਾਂਝਾ ਕਰਦਾ ਹਾਂ। ਮੇਰੇ ਬਜ਼ੁਰਗ ਨੇ ਮੈਨੂੰ ਪਿਤਾ ਵਾਂਗ ਉਹਨਾਂ ਹਮੇਸ਼ਾ ਸਾਥ ਦਿੱਤਾ ਹੈ, ਪਿਆਰ ਦਿੱਤਾ ਹੈ ਔਰ ਉਹਨਾਂ ਦਾ ਅਸੀਂ ਸਤਿਕਾਰ ਵੀ ਕਰਦੇ ਰਹੇ। ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਸਤਿਕਾਰ ਅਸੀਂ ਢੀਂਡਸਾ ਸਾਹਿਬ ਦਾ ਵੀ ਕਰਦੇ ਹਾਂ ਬਤੌਰ ਇੱਕ ਲੀਡਰ, ਇੱਕ ਵੱਡੀ ਉਮਰ ਦੇ। ਪਰ ਜਿਸ ਤਰ੍ਹਾਂ ਦੀਆਂ ਢੀਂਡਸਾ ਸਾਹਿਬ ਦੀਆਂ ਹਰਕਤਾਂ ਨੇ, ਜੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲੈਣੀ ਸੀ ਤੇ ਘੱਟੋ ਘੱਟ ਕੋਈ ਪ੍ਰੋਸੈਸ ਤੇ, ਮਤਲਬ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਪ੍ਰਧਾਨਗੀ ਕਰਨ ਦਾ ਚਾਹ ਹੀ ਸੀ ਤਾਂ ਕੋਈ ਪ੍ਰੋਸੈਸ ਤੇ ਅਪਣਾ ਲਓ। ਆਪੂ ਬਣੇ ਪ੍ਰਧਾਨ, ਘਰੋਂ ਫੈਸਲਾ ਕਰ ਲਿਆ ਕਿ ਮੈਂ ਹੁਣ ਪ੍ਰਧਾਨ ਬਣਨਾ ਹੈ ਤਾਂ ਪ੍ਰਧਾਨ ਬਣ ਗਏ। ਇੱਕ ਸਿਸਟਮ ਹੁੰਦਾ ਪਾਰਟੀਆਂ ਦਾ, ਇੱਕ ਚੋਣ ਪ੍ਰਕਿਰਿਆ ਹੁੰਦੀ ਹੈ, ਉਹਦੇ ਵੀ ਦੀ ਲੰਘਣਾ ਪੈਂਦਾ ਆ। ਇਹ ਕਾਰਜਕਾਰੀ ਬਲਟੋਆ ਸਾਹਿਬ, ਤੁਹਾਨੂੰ ਵੀ ਲੱਗਦਾ ਕਿ ਟਕਸਾਲੀ ਦਲ ਦੇ ਵਿੱਚ ਸੰਨ ਲਗਾਤੀ? ਸੁਖਦੇਵ ਸਿੰਘ ਢੀਂਡਸਾ ਨੇ ਟਕਸਾਲੀਆਂ ਦੇ ਵਿੱਚ ਵੀ ਸੰਨ ਲਗਾਤੀ? ਟਕਸਾਲੀ ਪਹਿਲੀ ਤਾਂ ਗੱਲ ਹੈ ਕਿ ਟਕਸਾਲੀ ਹੁਣ ਰਹਿ ਕਿਹੜੇ ਗਏ? ਅੱਜ ਜਿਸ ਤਰ੍ਹਾਂ ਬ੍ਰਹਮਪੁਰਾ ਸਾਹਿਬ ਵਿਚਾਰੇ ਇਕੱਲੇ ਰਹਿ ਗਏ, ਹੁਣ ਕੰਧਾਂ 'ਚ ਵੱਜਦੇ ਫਿਰਦੇ, ਨਾਲ ਦੋ ਚਾਰ ਸਾਡੇ ਸੱਜੇ ਹੁਣ ਸਤਿਕਾਰਯੋਗ ਹੈਗੇ ਨੇ। ਇਸ ਤਰ੍ਹਾਂ ਹੀ ਕੱਲ ਨੂੰ ਢੀਂਡਸਾ ਸਾਹਿਬ ਵੱਜਣਗੇ, ਵੱਜਣਾ ਇਹਨਾਂ ਨੇ ਹੈਗਾ ਹੀ ਆ। ਜੇ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਏਡੇ ਕਦਾਵਰ ਲੀਡਰ, ਜਿਹੜੇ ਸਭ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਦੇ ਲੀਡਰ ਸੀ, ਉਹ ਭੌਂ ਕੇ ਅਗਲੇ ਬੰਨੇ ਮਾਤ ਖਾ ਕੇ ਹਾਲਾਤਾਂ ਕਰਕੇ ਫਿਰ ਵਾਪਸ ਆਉਣਾ ਪਿਆ ਸੀਗਾ। ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਿਕਲਿਆ ਹੋਇਆ ਕੋਈ ਵੀ ਸਰਵਾਈਵ ਨਹੀਂ ਕਰ ਸਕਦਾ, ਇਹ ਸੱਚ ਹੈ। ਕੋਈ ਵੀ, ਔਰ ਖਾਸ ਕਰਕੇ ਲਾਲਚ ਵਸ ਧੋਖਾ ਦੇ ਕੇ, ਇਹ ਢੀਂਡਸਾ ਸਾਹਿਬ ਧੋਖਾ ਦੇਣ ਵਾਲੇ ਨੇ, ਜਿਨ੍ਹਾਂ ਨੇ 36 ਸਾਲਾਂ 'ਚ ਕੇਵਲ ਤੇ ਕੇਵਲ ਇੱਕ ਇਲੈਕਸ਼ਨ ਜਿੱਤੀ ਤੇ ਹਰੇਕ ਵਾਰੀ ਹਰਦੇ ਰਹੇ। ਰਾਜ ਸਭਾ ਮਿਲਦੀ ਰਹੀ ਸ਼੍ਰੋਮਣੀ ਅਕਾਲੀ ਦਲ ਨੂੰ, ਲੋਕੀ ਹਰਾ ਕੇ ਭੇਜਦੇ ਰਹੇ। ਸ਼੍ਰੋਮਣੀ ਅਕਾਲੀ ਦਲ ਮਾਣ ਦਿੰਦਾ ਰਿਹਾ, ਸਤਿਕਾਰ ਦਿੰਦਾ ਰਿਹਾ, ਜਿੱਤਾਂ ਇਹਨਾਂ ਨੂੰ ਮਿਨਿਸਟਰੀਆਂ ਦਿੰਦਾ ਰਿਹਾ। ਤੇ ਖਮਿਆਜਾ ਕੀ ਕਿ ਹੁਣ ਲਾਲਚ ਇਹ ਹੈ, ਜਿਸ ਤਰ੍ਹਾਂ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਢੀਂਡਸਾ ਸਾਹਿਬ ਦੀ ਸੋਚ ਹੈ ਕਿ ਮੇਰਾ ਮੁੰਡਾ ਮੰਤਰੀ ਬਣ ਜੇ, ਮੁੱਖ ਮੰਤਰੀ ਬਣ ਜੇ। ਮੁੱਖ ਮੰਤਰੀ ਨਹੀਂ ਬਣਦਾ, ਇਹ ਝੋਲਾ ਫੜ ਕੇ, ਬੈਗ ਫੜ ਕੇ ਪੰਜਾਬ ਦੀ ਵਿਧਾਨ ਸਭਾ ਦੀਆਂ ਬਤੌਰ ਫਾਈਨਾਂਸ ਮਿਨਿਸਟਰ ਪੌੜੀਆਂ ਚੜ੍ਹਦਾ ਸੀ ਨਾ। ਹੁਣ ਘਰ ਦੇ ਕੇਲੇ ਲਿਆਉਣ ਜੋਗਾ ਭਾਵੇਂ ਬੈਗ ਫੜਨਾ ਪੈ ਜੇ, ਹੁਣ ਬੈਗ ਫੜਨ ਜੋਗਾ ਨਾ ਢੀਂਡਸਾ ਸਾਹਿਬ ਨੇ ਛੱਡਿਆ। ਹਾਂ, ਮਾਫੀ ਮੰਗ ਕੇ, ਗਲਤੀ ਸਵੀਕਾਰ ਕਰਕੇ ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ ਅੱਜ ਵਾਪਸ ਆਉਣਾ ਚਾਹੁੰਦੇ ਨੇ
ਤੇ ਵੈਲਕਮ ਕਰਾਂਗੇ ਕਿ ਚਲੋ ਆਪਦੀ ਕੋਈ ਗਲਤੀ ਸਿੱਖ ਕੇ ਕੋਈ ਵਾਪਸ ਆਉਂਦਾ ਆ। ਤੇ ਬਾਕੀ ਸਰਦਾਰ ਵੀਰ ਦਵਿੰਦਰ ਸਿੰਘ ਜਿਹੜੇ ਸਤਿਕਾਰਯੋਗ ਨੇ, ਤੁਸੀਂ ਕਹਿ ਰਹੇ ਹੋ ਕਿ ਜੇ ਮਾਫੀ ਮੰਗ ਕੇ ਆਉਣ ਤਾਂ ਆਣਾ ਚਾਹੀਏ, ਵੈਲਕਮ ਕਰਾਂਗੇ। ਠੀਕ ਹੈ, ਮੈਂ ਬਲਟੋਆ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਪੀਰ ਮੁਹੰਮਦ ਜੀ ਦਾ ਇੱਕ ਕਰੈਕਸ਼ਨ ਲੈ ਲਾਂ, ਮੈਂ ਤੁਹਾਡੇ ਕੋਲ ਵਾਪਸ ਆਉਂਗਾ ਇਸ ਪੁਆਇੰਟ ਦੇ ਉੱਤੇ। ਪੀਰ ਮੁਹੰਮਦ ਜੀ, ਮੁਕਾਬਲੇ ਤੋਂ ਪਹਿਲਾਂ ਹੀ ਖੇਰੂ ਟਕਸਾਲੀ ਦਲ ਵੀ ਹੁੰਦਾ ਨਜ਼ਰ ਆ ਰਿਹਾ ਹੈ। ਜਿਹੜੇ ਤੁਹਾਡੇ ਲੀਡਰ ਟੌਪ ਦੇ ਲੀਡਰ ਸੀ ਉਹ ਹੁਣ ਦੂਜੇ ਪਾਸੇ ਜਾਂਦੇ ਨਜ਼ਰ ਆ ਰਹੇ ਨੇ। ਵੱਡੇ ਲੀਡਰ ਢੀਂਡਸਾ ਗਰੁੱਪ ਦੇ ਨਾਲ ਮਿਲੇ ਹੋਏ ਨੇ, ਜਾ ਕੇ ਉੱਥੇ ਉਹਨਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਦੇਖੋ, ਸਭ ਤੋਂ ਮੇਨ ਗੱਲ ਇਹ ਆ ਕਿ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜਿਸ ਤਰੀਕੇ ਦਾ ਵਿਸ਼ਵਾਸਘਾਤ ਹੋ ਰਿਹਾ, ਆਪਣੇ ਹੀ ਲੋਕ ਆਪਣੇ ਨਾਲ ਹੀ ਕਰੀ ਜਾ ਰਹੇ ਆ, ਇਹ ਆਪਣੇ ਆਪ ਵਿੱਚ ਸਭ ਤੋਂ ਦੁਖਦਾਈ ਪਹਿਲੂ ਹੈ। ਮੈਂ ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਣਾ ਚਾਹੁੰਦਾ, ਪਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਉਹਨਾਂ ਸੱਜਣਾ ਨੂੰ ਜਿਹੜੇ ਕੱਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਕੱਲ ਉੱਥੇ ਸਰਦਾਰ ਮਨਜੀਤ ਸਿੰਘ ਜੀਕੇ ਵੀ ਗਏ ਸੀ, ਉਹਨਾਂ ਦੀ ਵੀ ਆਪਣੀ ਪਾਰਟੀ ਹੈ। ਉੱਥੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਗਏ, ਉਹਨਾਂ ਦੀ ਵੀ ਆਪਣੀ ਪਾਰਟੀ ਹੈ। ਉੱਥੇ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਅਲੱਗ-ਅਲੱਗ ਪਾਰਟੀਆਂ ਦੇ ਗਏ। ਈਵਨ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਪਲਿੰਟਰ ਗਰੁੱਪ ਨੇ, ਉਹਨਾਂ ਦੇ ਵੀ ਆਪਣੇ ਧੜੇ ਨੇ, ਲੇਕਿਨ ਕਿਸੇ ਨੇ ਡਿਜੋਲਵ ਨਹੀਂ ਕੀਤਾ। ਸਾਰਿਆਂ ਨੇ ਉਹਦੇ ਵਿੱਚ ਸਮੂਲੀਅਤ ਕੀਤੀ। ਜਿਹੜੇ ਸੱਜਣ ਸਾਡੇ ਗਏ ਨੇ, ਇਹਨਾਂ ਨੇ ਆਪਣੇ ਆਪ ਨੂੰ ਕਿਹੜੇ ਹਾਲਾਤਾਂ ਦੇ ਵਿੱਚ, ਕੀ ਮਜਬੂਰੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਹੈ, ਜਿਸ ਦੇ ਪ੍ਰਧਾਨ ਜਿਹੜੇ ਨੇ ਉਹ ਪੀਜੀਆਈ ਦੇ ਵਿੱਚ ਦਾਖਲ ਨੇ। ਪੀਰ ਮੁਹੰਮਦ ਜੀ ਛੱਡ ਦਿੱਤਾ ਅਕਾਲੀ ਦਲ ਟਕਸਾਲੀ, ਵੀਰ ਦਵਿੰਦਰ ਜੀ ਨਾਲ ਬੈਠੇ ਨੇ ਤੁਹਾਡੇ, ਉਹਨਾਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ। ਮੇਰੀ ਕਿਸੇ ਦੀ ਗੱਲ, ਮੇਰੀ ਗੱਲ ਸੁਣੋ। ਤੁਸੀਂ ਮੈਨੂੰ ਸਵਾਲ ਕੀਤਾ ਪਹਿਲਾਂ, ਮੇਰਾ ਅਲੱਗ ਲੀਡਰ ਉੱਥੇ ਪਹੁੰਚੇ, ਲੀਡਰ ਤਾਂ ਪਹੁੰਚੇ ਸੀ ਪਰ ਕੋਈ ਰਿਜ਼ਾਈਨ ਵੀ ਕਰ ਗਏ। ਮੇਰੀ ਗੱਲ ਸੁਣ ਲਓ, ਉੱਥੋਂ ਨਾਲ ਬਿਆਨ ਦੇ ਰਹੇ ਨੇ। ਗੱਲ ਸੁਣ ਲਓ ਪਹਿਲਾਂ ਮੇਰੀ। ਤੁਸੀਂ ਸਵਾਲ ਕੀਤਾ, ਮੈਨੂੰ ਸਵਾਲ ਦਾ ਉੱਤਰ ਪੂਰਾ ਕਰ ਲੈਂਦੇ ਹੋ, ਫਿਰ ਤੁਸੀਂ ਮੈਨੂੰ ਸਵਾਲ ਦੂਜਾ ਕਰ ਲਿਓ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਜਿਨ੍ਹਾਂ ਨੇ ਰਿਜ਼ਾਈਨ ਦਿੱਤਾ ਉਹ ਉੱਥੋਂ ਆਣ ਕੇ ਰਿਜ਼ਾਈਨ ਦਿੱਤਾ। ਪਹਿਲਾਂ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ, ਸਕੱਤਰ ਜਨਰਲ ਦੇ ਤੌਰ ਤੇ ਉੱਥੇ ਪਹੁੰਚੇ ਨੇ। ਪਰ ਸਵਾਲ ਇਹ ਆ ਕਿ ਜਿਹੜੀ ਗੱਲ ਸਰਦਾਰ ਵੀਰ ਦਵਿੰਦਰ ਸਿੰਘ ਕਹਿ ਰਹੇ ਨੇ, ਉਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਮੈਂ ਵੀ ਰਹਿੰਦਾ ਰਿਹਾ ਨਾਲ। ਹਰ ਜਗ੍ਹਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਅਲੱਗ ਤੌਰ ਦੇ ਉੱਤੇ ਵੀ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਪੰਜਾਬ ਦੇ ਵਿੱਚ ਲੋਕ ਤੀਸਰੀ ਧਿਰ ਨੂੰ ਪ੍ਰਵਾਨ ਕਰਨਾ ਚਾਹੁੰਦੇ ਨੇ, ਦੇਖਦੇ ਨੇ ਕਿ ਜਿਵੇਂ ਹੁਣ ਤੁਸੀਂ ਵੇਖੋ ਬਲਟੋਆ ਸਾਹਿਬ ਆਪਣੇ ਇੱਕ ਸੁਭਾਅ ਦੇ ਵਿੱਚ ਕਹਿ ਰਹੇ ਨੇ ਕਿ ਵੇਖੋ ਜੀ ਕਿਸੇ ਦੀ ਕੋਈ ਭੁਗਤ ਨਹੀਂ ਹੈਗੀ। ਇਹੋ ਹੀ ਕਾਰਨ ਸਨ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬ੍ਰਹਮਪੁਰਾ ਵੀ ਸਨ, ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਆ ਜਿੰਨੇ ਵੀ ਸਾਹਿਬ ਸਨ ਸਾਰੇ ਵਿੱਚ ਸਨ, ਲੇਕਿਨ ਉਸ ਦੇ ਬਾਵਜੂਦ 15 ਸੀਟਾਂ ਆਈਆਂ। ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ 3 ਗਰੁੱਪ ਬਣ ਗਏ ਨੇ, ਬ੍ਰਹਮਪੁਰਾ ਗਰੁੱਪ ਅਲੱਗ, ਢੀਂਡਸਾ ਗਰੁੱਪ ਅਲੱਗ, ਹੋਰ ਪਤਾ ਨਹੀਂ ਕਿੰਨੇ ਅਲੱਗ ਹੋ ਰਹੇ ਨੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੰਦਾ ਐਡਾ ਛਾਨਾ ਮੱਤਾ ਇਤਿਹਾਸ ਸੀ, ਜਿਹੜਾ ਆਪਣੀ 100 ਸਾਲਾ ਵਰ੍ਹੇਗੰਢ ਮਨਾਉਣਾ ਚਾਹੁੰਦਾ ਆਉਣ ਵਾਲੀ 14 ਦਸੰਬਰ 2020 ਨੂੰ, ਕੀ ਉਸ ਤੋਂ ਪਹਿਲਾਂ ਅਸੀਂ ਇਸੇ ਤਰ੍ਹਾਂ ਹੰਕਾਰ ਵਸ ਇਹ ਗੱਲਾਂ ਕਰਦੇ ਰਾਂਗੇ? ਇਹ ਫਰਕ ਪੈਂਦਾ ਹੈ, ਸਾਨੂੰ ਤਾਂ ਫਰਕ ਪਿਆ ਹੈ। ਸਾਨੂੰ ਮੇਰੀ ਗੱਲ ਸੁਣੋ, ਜਵਾਬ ਤਾਂ ਫਿਰ ਉੱਥੇ ਆ ਗਿਆ। ਮੇਰੀ ਗੱਲ ਸੁਣੋ, ਪੂਰੀ ਗੱਲ ਤੁਸੀਂ ਇਹ ਦੱਸੋ, ਤੁਸੀਂ ਇੱਕ ਸੈਕਿੰਡ ਪੀਰ ਮੁਹੰਮਦ ਜੀ, ਤੁਸੀਂ ਬਹੁਤ ਤਫਸੀਲ ਨਾਲ ਗੱਲ ਕਰ ਰਹੇ ਹੋ। ਮੇਰਾ ਸਿੱਧਾ ਸਵਾਲ ਹੈ ਕਿ ਜੇਕਰ ਵੀਰ ਦਵਿੰਦਰ ਜੀ ਜਿਵੇਂ ਜ਼ਿਕਰ ਕਰ ਰਹੇ ਸੀ, ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਕਿ ਸਾਰੀਆਂ ਮੀਟਿੰਗਾਂ ਦੇ ਵਿੱਚ ਇੱਕ ਹੀ ਮਤੇ ਦੇ ਉੱਤੇ ਗੱਲਬਾਤ ਹੋ ਰਹੀ ਸੀ, ਫਿਰ ਇਹ 24 ਘੰਟੇ 'ਚ ਕੀ ਹੋ ਗਿਆ ਕਿ ਉਧਰ ਅਨਾਉਂਸਮੈਂਟ ਹੋਈ ਕਿ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਬਣਾਏ ਗਏ ਨੇ, ਤੇ ਇਧਰ ਰਣਜੀਤ ਸਿੰਘ ਬ੍ਰਹਮਪੁਰਾ ਤਾਂ ਬਹੁਤ ਤਿੱਖਾ ਬੋਲ ਰਹੇ ਨੇ। ਉਹ ਤਾਂ ਕਹਿ ਰਹੇ ਨੇ ਮੈਂ ਨਹੀਂ ਜਾਂਦਾ ਅੱਜ ਤੋਂ ਬਾਅਦ ਢੀਂਡਸਾ ਦੇ ਨਾਲ, ਇਨ ਫਿਊਚਰ ਅਸੀਂ ਕਦੇ ਗੱਠਜੋੜ ਬਾਰੇ ਨਹੀਂ ਸੋਚਾਂਗੇ। ਦੇਖੋ 24 ਘੰਟੇ ਵਿੱਚ ਅਧੂਰੀ ਏਕਤਾ ਹੋਈ ਹੈ, ਪੂਰੀ ਏਕਤਾ ਤਾਂ ਨਹੀਂ ਹੋਈ। ਸਰਦਾਰ ਰਵਿੰਦਰ ਸਿੰਘ ਸਾਡੇ ਨਾਲ ਬੈਠਦੇ ਰਹੇ ਆ, ਉਹ ਕੱਲ ਕਿੱਥੇ ਸਨ? ਸਰਦਾਰ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਮੀਟਿੰਗਾਂ 'ਚ ਬੈਠਦੇ ਰਹੇ ਨੇ, ਉਹ ਕਿੱਥੇ ਸਨ? ਇਸ ਤੋਂ ਇਲਾਵਾ ਸਰਦਾਰ ਸੁਖਪਾਲ ਸਿੰਘ ਖਹਿਰਾ ਨਾਲ ਢੀਂਡਸਾ ਸਾਹਿਬ, ਉਹਨਾਂ ਦੇ ਬੇਟੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਇਹ 6 ਤਰੀਕ ਤੱਕ ਮੀਟਿੰਗਾਂ ਕਰਦੇ ਰਹੇ ਨੇ, ਉਹ ਕੱਲ ਕਿੱਥੇ ਸਨ? ਬੈਂਸ ਬ੍ਰਦਰਜ਼ ਕਿੱਥੇ ਸਨ? ਧਰਮਵੀਰ ਗਾਂਧੀ ਜੀ ਕਿੱਥੇ ਸਨ? ਨਹੀਂ, ਜਿਹੜੇ ਆ ਗਏ ਤੁਸੀਂ ਉਹਨਾਂ ਦੀ ਗੱਲ ਕਰੋ ਨਾ, ਕਿ ਜਿਹੜੇ ਉੱਥੇ ਪਹੁੰਚ ਗਏ ਉਹਨਾਂ ਦੀ ਗੱਲ ਕਰੋ। ਨਹੀਂ, ਤੁਹਾਡੀ ਪਾਰਟੀ ਦੇ ਵਿੱਚ ਵੱਡੇ ਲੀਡਰ ਉੱਥੇ ਪਹੁੰਚੇ ਨੇ। ਨਹੀਂ, ਉਹ ਮੇਰੀ ਗੱਲ ਸੁਣੋ, ਜਿਹੜੇ ਪਹੁੰਚ ਗਏ ਨੇ ਉਹ ਕੀ ਹੁਣ ਸੰਪੂਰਨ ਅਕਾਲੀ ਦਲ ਬਣ ਗਿਆ? ਕੀ ਉਹ ਬਿਲਕੁਲ ਪੰਜਾਬ ਦੇ ਵਿੱਚ ਕਾਇਆ ਕਲਪ ਕਰ ਦੇਗਾ ਜਾਂ ਚਲੋ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਦਾ ਮੈਂ ਉਸ ਤੋਂ ਬਾਅਦ ਅੱਗੇ ਰਿਐਕਸ਼ਨ ਲਵਾਂਗਾ? ਨਹੀਂ, ਇਹ ਸਾਰੀਆਂ ਹਉਮੈ ਹੰਕਾਰ ਦੱਸੋ ਕਿ ਜਿਹੜਾ ਪ੍ਰਧਾਨ ਲਗਾਇਆ ਗਿਆ ਸਾਨੂੰ ਲੱਗ ਰਿਹਾ ਕਿ ਠੀਕ ਹੈ ਫੈਸਲਾ। ਨਹੀਂ ਪੀਰ ਮੁਹੰਮਦ ਜੀ, ਪ੍ਰਧਾਨ ਲਗਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ, ਕਹਿ ਰਹੇ ਨੇ ਕਿ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਸੁਖਦੇਵ ਸਿੰਘ ਢੀਂਡਸਾ ਨੂੰ, ਤੇ ਜਿੱਥੇ 8 ਅਕਾਲੀ ਦਲ ਨੇ ਜਿੱਥੇ 8 ਅਕਾਲੀ ਦਲ ਨੇ ਉੱਥੇ 9ਵਾਂ ਅਕਾਲੀ ਦਲ ਬਣ ਗਿਆ। ਉਸ ਦੇ ਨਾਲ ਪੰਜਾਬ ਨੂੰ
ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜਾ ਤੀਜਾ ਬਦਲ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਉੱਤੇ ਤਾਂ ਮਾਰੂ ਅਸਰ ਪਿਆ ਹੈ। ਲੋਕਾਂ ਨੂੰ ਤਾਂ ਅਸੀਂ ਨਿਰਾਸ਼ ਕੀਤਾ ਹੈ ਨਾ। ਇਸ ਦੇ ਨਾਲ ਬ੍ਰਹਮਪੁਰਾ ਸਾਹਿਬ ਨੂੰ ਇੱਕ ਨਿੱਜੀ ਤੌਰ ਦੇ ਉੱਤੇ ਜਿਹੜਾ ਇੱਕ ਸਦਮਾ ਲੱਗਾ ਕਿ ਜਿਹੜੇ ਮੇਰੇ ਸੱਜੇ ਤੇ ਖੱਬੇ ਦੋ ਅਹਿਮ ਸਾਥੀ ਨੇ ਉਹ ਮੈਨੂੰ ਬੈੱਡ ਦੇ ਉੱਤੇ ਹੀ ਛੱਡ ਗਏ। ਤੇ ਘੱਟੋ ਘੱਟ ਜਿਹੜੇ ਸਾਡੇ ਵਰਗੇ ਨੇ ਜਿਹੜੇ ਜਿਨ੍ਹਾਂ ਨੇ ਇਹਨਾਂ ਤੋਂ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਟਪੂਸੀਆਂ ਮਾਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਬੀਰਦਵਿੰਦਰ ਜੀ ਦਾ ਕੱਲ ਉੱਤੇ ਪਰਸੋਂ ਉੱਤੇ ਜਾਵਾਂਗੇ। ਬੀਰਦਵਿੰਦਰ ਜੀ ਇੱਕ ਠੀਕ ਹੈ ਬੀਰਦਵਿੰਦਰ ਜੀ ਤੁਹਾਡਾ ਇਹਦੇ ਪਰ ਰਿਐਕਸ਼ਨ ਚਾਹੂੰਗਾ ਦੋ ਚੀਜ਼ਾਂ ਤੇ। ਬਲਟੋਆ ਸਾਹਿਬ ਕਹਿ ਰਹੇ ਨੇ ਜਿਹਨੇ ਅਕਾਲੀ ਦਲ ਛੱਡਤਾ ਉਹ ਕਦੇ ਸਰਵਾਈਵ ਨਹੀਂ ਕਰ ਸਕਿਆ। ਉਹਨਾਂ ਨੇ ਗੁਰਚਰਨ ਸਿੰਘ ਟੋੜਾ ਸਾਹਿਬ ਦਾ ਵੀ ਨਾਮ ਲੈਤਾ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਇੱਕ ਹੋਰ ਸਟੈਪ ਹੈ ਕਿ ਸਰਵਾਈਵ ਕਿਵੇਂ ਕਰੇਗਾ ਅਕਾਲੀ ਦਲ, ਜਿਹੜਾ ਤੁਸੀਂ ਜਿਸ ਦਾ ਜ਼ਿਕਰ ਕਰ ਰਹੇ ਹੋ, ਜਿਸ ਦਾ ਢੀਂਡਸਾ ਸਾਹਿਬ ਜ਼ਿਕਰ ਕਰ ਰਹੇ ਨੇ, ਜਿਸ ਦਾ ਜ਼ਿਕਰ ਰਣਜੀਤ ਸਿੰਘ ਬ੍ਰਹਮਪੁਰਾ ਪਹਿਲਾਂ ਕਰ ਰਹੇ ਸੀ, ਅੱਜ ਉਹ ਕਹਿ ਰਹੇ ਨੇ ਕਿ ਅਸ ਤਾਂ ਬਿਲਕੁਲ ਲੱਗ ਗਿਆ, ਹੁਣ ਅਸੀਂ ਇਹਨਾਂ ਦੇ ਨਾਲ ਨਹੀਂ ਆ। ਗੱਲ ਇਹ ਹੈ ਭਈ ਬਲਟੋਆ ਸਾਹਿਬ ਨੇ ਬਹੁਤ ਵੱਡੇ ਲੀਡਰ, ਇਹ ਬਹੁਤ ਦੂਰ ਤੱਕ ਸਾਰੀਆਂ ਗੱਲਾਂ ਸਮਝਦੇ ਨੇ। ਮੇਰੀ ਸੋਚ ਤਾਂ ਉੱਥੋਂ ਤੱਕ ਨਹੀਂ ਜਾਂਦੀ। ਇਹਨਾਂ ਨੇ ਤੇ ਇਹ ਵੀ ਦੇਖ ਲਿਆ ਵੀ ਲੋਕ ਕੰਧਾਂ 'ਚ ਵੱਜਦੇ ਫਿਰਨਗੇ, ਉਹ ਹੋਏਗਾ ਉਹ ਹੋਏਗਾ। ਇਹ ਕਈਓ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਹੜੇ ਗੋਲਕ ਚੋਰ ਨੇ, ਗੋਲਕ ਨੂੰ ਖਾਂਦੇ ਨੇ। ਸਿਰਫ ਇਹਨਾਂ ਨੂੰ ਸੱਚੇ ਪਾਤਸ਼ਾਹ ਬਚਾਊਗਾ, ਇਹ ਨਹੀਂ ਕੰਧਾਂ 'ਚ ਵੱਜਣਗੇ ਹੈ ਜੀ। ਤੇ ਅਸੀਂ ਕੰਧਾਂ 'ਚ ਵੱਜਾਂਗੇ ਜਿਹੜੇ ਇਹਨਾਂ ਦੇ ਜੁਰਮਾਂ ਦੇ ਖਿਲਾਫ ਔਰ ਜ਼ੁਲਮਾਂ ਦੇ ਖਿਲਾਫ ਲੜ ਰਹੇ ਆ। ਜਿਹੜੇ ਸ਼੍ਰੋਮਣੀ ਕਮੇਟੀ ਨੂੰ, ਗੁਰਦੁਆਰਾ ਪ੍ਰਬੰਧ ਨੂੰ ਇਹਨਾਂ ਦੇ ਚੁੰਗਲ ਚੋਂ ਆਜ਼ਾਦ ਕਰਾਉਣਾ ਚਾਹੁੰਦੇ ਆ, ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਬਖਸ਼ਿਆ। ਇਸ ਕਰਕੇ ਇਹਨਾਂ ਨੂੰ ਅਧਿਕਾਰ ਕੀ ਹੈ ਇਦਾਂ ਦੀਆਂ ਗੱਲਾਂ ਕਰਨ ਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਬੀਰਦਵਿੰਦਰ ਜੀ ਮੈਂ ਮਾਫੀ ਚਾਹੁੰਦਾ, ਤੁਹਾਨੂੰ ਵਿਚਾਲੇ ਰੋਕਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਇਕਜੁੱਟਤਾ ਹੋਣਾ ਹੋਏਗਾ ਨਾ, ਜੇਕਰ ਤੁਸੀਂ 3 4 5 ਫਰੰਟ ਲੈ ਕੇ ਆਉਂਗੇ, ਲੋਕਾਂ ਤੱਕ ਮੈਸੇਜ ਕੀ ਪਹੁੰਚ ਰਿਹਾ? ਡੈਮੋਕ੍ਰੇਸੀ ਹੈ, ਗੱਲ ਸ਼ੁਰੂ ਹੋ ਗਈ। ਇਹ ਵੀ ਲੋਕਾਂ 'ਚ ਜਾਣਗੇ, ਅਸੀਂ ਵੀ ਲੋਕਾਂ 'ਚ ਜਾਵਾਂਗੇ। ਜਿਹਨੂੰ ਲੋਕ ਮਨਜ਼ੂਰ ਕਰ ਲੈਣਗੇ ਉਹ ਪੰਥ ਦਾ ਆਗੂ ਬਣ ਜਾਏਗਾ। ਦੂਜਾ ਜਿਹੜੀਆਂ ਗੱਲਾਂ ਕਰ ਰਹੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ, ਮੈਂ ਇਹਨਾਂ ਨੂੰ ਬੇਨਤੀ ਕਰਦਾ ਭਈ ਮੇਰਾ ਮੂੰਹ ਨਾ ਖਿਲਾਓ, ਸਮਝ ਗਏ? ਵਿਸ਼ਵਾਸਘਾਤ, ਵਿਸ਼ਵਾਸ, ਇਹ ਮੈਂ ਸਾਰੇ ਚਿੱਠੇ ਖੋਲ ਦੂੰਗਾ, ਫਿਰ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਏਗਾ, ਸਮਝ ਗਏ ਨਾ? ਸਭ ਤੋਂ ਵੱਧ ਤਾਂ ਲੋਕਾਂ ਦੇ ਸਾਹਮਣੇ ਆਵੇ ਕੀ ਤੁਸੀਂ ਢੀਂਡਸਾ ਸਾਹਿਬ ਦੇ ਘਰ ਦੀ ਨਹੀਂ ਦੂਜੀ ਗੱਲ ਇਹ ਹੈ ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਹੀ ਜਾਂਦਾ ਰਿਹਾ। ਕਾਹਦੇ ਵਾਸਤੇ ਜਾਂਦੇ ਸਾਂ? ਕੋਈ ਸੌਦੇਬਾਜ਼ੀ ਕਰਨ ਜਾਂਦੇ ਆ? ਬੋਲਣ ਤਾਂ ਦਿਓ ਨਾ, ਕੋਈ ਸੌਦੇਬਾਜ਼ੀ ਕਰਨ ਜਾਂਦੇ ਆ? ਪਿੱਛੇ ਇਹਨਾਂ ਦੇ ਬੇਟੇ ਦੀ ਉਹਨਾਂ ਨਾਲ ਕੋਈ ਸੌਦੇਬਾਜ਼ੀ ਕਰਨ ਜਾਂਦੇ ਆ? ਏਕਤਾ ਵਾਸਤੇ ਮੈਂ ਅੱਜ ਵੀ ਕਹਿਣਾ, ਮਜੀਠੀਆ ਆ ਕੇ ਉੱਥੇ ਬੈਠ ਗਏ ਤੇ ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਤੁਸੀਂ ਰੋਜ਼ ਮੇਰੀ ਗੱਲ ਸੁਣੋ, ਕੰਨਾਵਾਟੀ ਕੁਰ ਵੀਰਦਵਿੰਦਰ ਸਿੰਘ ਕਰਦਾ ਸੀ ਜਾਂ ਸੇਵਾ ਸਿੰਘ ਸੇਖਵਾਂ ਜਾਂ ਕਰਨੈਲ ਸਿੰਘ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਇਹ ਦੱਸੋ, ਰੋਜ਼ ਮੈਨੂੰ ਟੈਲੀਫੋਨ ਕਰਦਾ ਸੀ। ਤੁਸੀਂ ਮੈਨੂੰ ਇਹ ਦੱਸੋ 6 ਤਰੀਕ ਨੂੰ ਇਹਦਾ ਟੈਲੀਫੋਨ ਨਹੀਂ ਚੱਕਿਆ ਜਾਣਬੁੱਝ ਕੇ, ਕਿਉਂਕਿ ਸੂਹਾਂ ਲੈਂਦਾ ਸੀ। ਇਹ ਰੋਜ਼ ਮੈਨੂੰ ਕਰਦਾ ਸੀ ਟੈਲੀਫੋਨ, ਗੱਲ ਬਕਾਓ ਜੀ, ਗੱਲ ਇੱਕ ਮਿੰਟ ਗੱਲ ਸੁਣੋ, ਆਏ ਕਰੋ ਜੀ, ਮੇਰੀ ਗੱਲ ਕਿਹੜੀ ਅੱਚ ਵੀ ਮੇਰੀ ਗੱਲ ਸੁਣੋ ਵੀਰਦਵਿੰਦਰ ਸਿੰਘ ਜੀ, ਤੁਹਾਨੂੰ ਤੁਹਾਡੀਆਂ ਆਪਣੀਆਂ ਇੰਟਰਵਿਊਆਂ ਦੇਖੋ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਐਕਸਪਲੇਨ ਕਰਕੇ ਦੱਸਦੇ ਰਹੇ ਜੇ, ਤੁਸੀਂ ਉਹਨਾਂ ਨੂੰ ਕਿਵੇਂ ਦੱਸਦੇ ਰਹੇ ਜੇ? ਨਹੀਂ, ਤੁਸੀਂ ਰੋਜ਼ ਮਿਲਦੇ ਜੇ, ਤੁਸੀਂ ਕਿਹਨੂੰ ਨਹੀਂ ਮਿਲਦੇ? ਤੁਸੀਂ ਕਿਹਨੂੰ ਨਹੀਂ ਮਿਲਦੇ ਜੇ? ਸਾਡੇ ਪ੍ਰੋਗਰਾਮ ਤੋਂ ਚੋਰੀ ਮੀਡੀਆ ਕਿਹਨੇ ਬੁਲਾਇਆ ਸੀ? ਸਾਨੂੰ ਤਾਂ ਦੱਸਿਆ ਨਹੀਂ। ਅਸੀਂ ਮੈਨੂੰ ਇਹ ਦੱਸੋ, ਤੁਸੀਂ ਜਾਂ ਤਾਂ ਤੁਸੀਂ ਗੱਲ ਕਰੋ, ਮੇਰੇ ਕੋਲ ਜਵਾਬ ਲਵੋ। ਮੈਨੂੰ ਕੋਰ ਕਮੇਟੀ 'ਚ ਬੁਲਵਾਇਆ ਕਰੋ, ਮੈਂ ਕਿਹਾ ਵੀ ਇਹਨਾਂ ਨੂੰ ਬੁਲਾਓ। ਔਰ ਉੱਥੇ ਜਦ ਤੁਸੀਂ ਮੈਨੂੰ ਇਹ ਦੱਸੋ, ਇਹਨਾਂ ਨੇ ਮੀਡੀਆ ਇਕੱਠਾ ਕੀਤਾ ਸੀ ਇੱਕ ਸਾਜ਼ਿਸ਼ ਦੇ ਤਹਿਤ, ਮੈਂ ਉਸ ਦਿਨ ਵੀ ਪ੍ਰੋਟੈਸਟ ਕੀਤਾ ਕਿ ਤੁਸੀਂ ਸਾਨੂੰ ਭਰੋਸੇ 'ਚ ਨਹੀਂ ਲਿਆ। ਤੁਸੀਂ ਮੈਨੂੰ ਇਹ ਦੱਸੋ, ਜਦ ਅਸੀਂ ਚਲੇ ਗਏ ਉਸ ਤੋਂ ਬਾਅਦ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਤੁਹਾਡੀ ਕਿਸੇ ਥਾਂ ਦੇ ਉੱਤੇ ਸਥਿਰਤਾ ਹੈਗੀ ਹੈ? ਕਿੰਨੇ ਗਰੁੱਪ ਤੁਸੀਂ ਬਦਲ ਚੁੱਕੇ ਹੋ? ਕਿਤੇ ਤਾਂ ਖੜ ਜਾਓ, ਕਿਸੇ ਇੱਕ ਜਗ੍ਹਾ ਤੇ ਤਾਂ ਖੜ ਜਾਓ। ਬਿਆਨ ਦਵਾਏ ਨੇ ਤੁਸੀਂ, ਹਰ ਜਗ੍ਹਾ ਕਹਿੰਦੇ ਹੋ ਮੈਂ ਮੁਸਾਫਰ ਹਾਂ, ਮੈਂ ਚੱਲਦਾ ਮੁਸਾਫਰ ਹਾਂ। ਕਿਹੜੇ ਮੁਸਾਫਰ ਹੋ ਤੁਸੀਂ? ਬ੍ਰਹਮਪੁਰਾ ਦੇ ਬੇਟੇ ਨੇ। ਤੇ ਫਿਰ ਸਾਜ਼ਿਸ਼ ਕੌਣ ਕਰ ਰਿਹਾ ਸੀ ਜੀ? ਇਹ ਜਵਾਬ ਦੇਣ ਨਾ ਇਸ ਗੱਲ ਦਾ। ਠੀਕ ਹੈ, ਪੀਰ ਮੁਹੰਮਦ ਜੀ ਦਾ ਰਿਐਕਸ਼ਨ ਲੈ ਲਈ। ਮੇਰੀ ਗੱਲ ਠੀਕ ਹੈ ਬੀਰਦਵਿੰਦਰ ਜੀ, ਪੀਰ ਮੁਹੰਮਦ ਜੀ ਦਾ ਰਿਐਕਸ਼ਨ ਲੈ ਲਈ। ਪੀਰ ਮੁਹੰਮਦ ਜੀ ਤੁਸੀਂ ਮੂੰਹ ਖੋਲੋ, ਰੱਜ ਕੇ ਖੋਲੋ, ਪਰ ਮੇਰੀ ਵੀ ਗੱਲ ਸੁਣੋ। ਮੈਂ ਤੁਹਾਨੂੰ ਦੁਨੀਆ ਨੂੰ ਦੱਸਣਾ ਚਾਹਣਾ ਕਿ ਤੁਹਾਡੀ ਸਾਰੀਆਂ ਚੀਜ਼ਾਂ ਬਾਹਰ ਆਉਣ ਲੱਗ ਗਈਆਂ ਨਾ। ਅਕਾਲੀ ਦਲ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ, ਮੈਨੂੰ ਲੱਗਦਾ ਬਲਟੋਆ ਸਾਹਿਬ ਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ। ਤੁਸੀਂ ਆਪਣੇ ਆਪਸ ਦੇ ਵਿੱਚ ਦੋਵੇਂ ਚੀਜ਼ਾਂ ਲੋਕਾਂ ਦੇ ਸਾਹਮਣੇ, ਇਸ ਵਾਸਤੇ ਆਪਣੀ ਹਦੂਦ ਮੇ ਰਹੋ ਭਾਈ ਸਾਹਿਬ। ਅਸੀਂ ਕੋਈ ਕਿਸੇ ਦੇ ਗੁਲਾਮ ਨਹੀਂ ਨਾ। ਅਸੀਂ ਬ੍ਰਹਮਪੁਰਾ ਸਾਹਿਬ ਜੀ ਹੁਣ ਮੈਨੂੰ ਬੋਲਣ ਦਿਓ, ਮੈਂ ਇਹਨਾਂ ਦਾ ਜਵਾਬ ਦੇਣਾ ਚਾਹਣਾ।
ਹਾਂ ਠੀਕ ਆ, ਉਹ ਬਿਮਾਰ ਨੇ, ਅਸੀਂ ਉਹਨਾਂ ਦੀ ਠੀਕ ਹੈ, ਮੇਰੇ ਕੋਲ 30 seconds ਨੇ। ਪੀਰ ਮੁਹੰਮਦ ਜੀ, ਪੀਰ ਮੁਹੰਮਦ ਜੀ ਤੁਸੀਂ ਆਪਣੀ ਗੱਲ ਰੱਖ ਦਿਓ, ਸਮਾਂ ਖਤਮ ਹੋ ਰਿਹਾ ਹੈ। ਪੀਰ ਮੁਹੰਮਦ ਜੀ ਮੈਨੂੰ ਇਹਨਾਂ ਨੂੰ ਪਹਿਲਾਂ ਬੰਦ ਕਰੋ, ਇਹਨਾਂ ਨੂੰ ਚੁੱਪ ਕਰਾਓ, ਇਹਨਾਂ ਗੱਲ ਦਾ ਸੁਣ। ਸਮਾਂ ਇਹਨਾਂ ਨੂੰ ਖਤਮ ਹੋ ਜਾਏਗਾ, ਤੁਸੀਂ ਆਪਣੀ ਗੱਲ ਰੱਖੋ, ਲੋਕਾਂ ਤੱਕ ਪਹੁੰਚੀ ਹੈ। ਕੌਣ ਕਰ ਰਿਹਾ ਸੀ ਇਹਦੇ ਪਿੱਛੇ, ਕੌਣ ਸੀ, ਕੌਣ ਨਹੀਂ ਚਾਹੁੰਦਾ ਏਕਤਾ ਨਾ ਹੋਵੇ? ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਸਾਡੀ ਪਾਰਟੀ ਨੂੰ ਗ੍ਰਹਿਣ ਲਾ ਦਿੱਤਾ ਜਦੋਂ ਤੁਸੀਂ ਧੱਕੇ ਦੇ ਨਾਲ ਕਿਹਾ ਮੈਂ ਇਲੈਕਸ਼ਨ ਲੜਨਾ। ਤੁਹਾਨੂੰ ਜਦੋਂ ਪਤਾ ਸੀ ਮਨੀਸ਼ ਤਿਵਾੜੀ ਦੇ ਨਾਲ ਤੁਸੀਂ ਰਲ ਕੇ ਤੁਸੀਂ ਉੱਥੇ ਆ ਤੁਹਾਡੇ ਨਾਲ ਜਹੇਦਾਰ ਹਰਬੰਸ ਸਿੰਘ ਮੰਝਪੁਰ ਪਾਰਟੀ ਦੇ ਵਿੱਚ ਨੇ, ਉਹ ਅਸਲੀਅਤ ਦੱਸ ਸਕਦੇ ਨੇ, ਹੋਰ ਬਹੁਤ ਸਾਰੇ ਆਗੂ ਦੱਸ ਸਕਦੇ ਨੇ। ਤੁਸੀਂ ਪਾਰਟੀ ਦਾ ਕਿੰਨਾ ਨੁਕਸਾਨ ਕੀਤਾ। ਬ੍ਰਹਮਪੁਰਾ ਸਾਹਿਬ ਤੁਹਾਨੂੰ ਇਲੈਕਸ਼ਨ ਨਹੀਂ ਸੀ ਲੜਾਉਣਾ ਚਾਹੁੰਦੇ, ਠੀਕ ਹੈ, ਤੁਸੀਂ ਧੱਕੇ ਠੀਕ ਹੈ। ਇਹ ਪੂਰਾ ਇਸ ਸਮੇਂ ਦੋਵੇਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਰੇੜਕਾ ਤਾਂ ਨਜ਼ਰ ਆ ਰਿਹਾ। ਬਲਟੋਆ ਸਾਹਿਬ, ਇੱਕ ਤਾਂ ਤੁਹਾਡੇ ਉੱਤੇ ਐਲੀਗੇਸ਼ਨ ਵੀਰ ਦਵਿੰਦਰ ਜੀ ਨੇ ਲਾਏ ਤੇ ਦੂਜਾ ਪਾਸੇ ਕੀ ਜੋ ਹੁਣ ਦਾਵਾ ਕਰ ਰਹੇ ਨੇ ਸਿੰਬਲ ਦੇ ਉੱਤੇ ਜਾਂ ਪਾਰਟੀ ਆਫਿਸ ਦੇ ਉੱਤੇ, ਕੀ ਅਕਾਲੀ ਦਲ ਕੋਰਟ ਜਾਣ ਦਾ ਮਨ ਬਣਾ ਰਿਹਾ ਹੈ ਜਾਂ ਫਿਰ ਤੁਸੀਂ ਦੇਖ ਰਹੇ ਹੋ ਕਿ ਜੋ ਅੱਗੇ ਉਹ ਸਟੈਪ ਲੈਣਗੇ ਉਸ ਤੋਂ ਬਾਅਦ ਅੱਗੇ ਫੈਸਲਾ ਹੋਏਗਾ? ਬਲਟੋਆ ਸਾਹਿਬ, ਪਹਿਲੀ ਗੱਲ ਹੈ ਸ਼ੁਕਲਾ ਜੀ, ਇਹਨਾਂ ਦੀ ਗੱਲ ਦਾ ਮੈਨੂੰ ਜਵਾਬ ਦੇਣ ਦਿਓ। ਇਹ ਤਾਂ ਸਿਰਫ ਕੇਵਲ ਤੇ ਕੇਵਲ ਸੁਰਖੀਆਂ ਬਟੋਰਨ ਲਈ ਸਾਰਾ ਕੁਝ ਅਸੀਂ ਪਹਿਲਾਂ ਜਵਾਬ ਦੇਣਾ ਚਾਹੁੰਦੇ ਹਾਂ। ਬ੍ਰਹਮਪੁਰਾ ਸਾਹਿਬ ਨੂੰ ਮੇਰੇ ਤੇ ਇਹਨਾਂ ਨੂੰ ਕੋਈ ਠੀਕ ਹੈ, ਨਤੀਮ ਮੁਹੰਮਦ ਜੀ ਬਲਟੋਆ ਸਾਹਿਬ ਤੋਂ ਰਿਐਕਸ਼ਨ ਲੈ ਲੈਣ ਦਿਓ। ਇੱਕ ਮਿੰਟ ਸ਼ੁਕਲਾ ਜੀ, ਬ੍ਰਹਮਪੁਰਾ ਸਾਹਿਬ ਮੈਂ ਸਰਦਾਰ ਬਲਟੋਆ ਸਾਹਿਬ ਨੂੰ ਬੋਲ ਲੈਣ ਦੇ ਕੀ ਕਰਕੇ ਨਾ ਲੋਕਾਂ ਨੂੰ ਨਹੀਂ ਸਮਝ ਆਉਂਦਾ। ਪੀਰ ਮੁਹੰਮਦ ਜੀ, ਇਹੀ ਗੱਲ ਹੈ ਨਾ, ਤੁਸੀਂ ਆਪਣੀ ਗੱਲ ਰੱਖੀ ਹੈ, ਥੋੜਾ ਜਿਹਾ ਹੋਲਡ ਤੁਸੀਂ ਇਹਨਾਂ ਨੂੰ ਬਲਟੋਆ ਰੋਕੋ। ਸਾਹਿਬ, ਇਹ ਸਿਰਫ ਝੂਠੇ ਨੇ ਤੇ ਝੂਠ ਮਾਰ ਕੇ ਇਹਨਾਂ ਨੂੰ ਸਿਰਫ ਸਟੇਜ ਤੇ ਬੋਲਣਾ ਆਉਂਦਾ ਤੇ ਉਸ ਕਰਕੇ ਹਰ ਗੱਲ ਨੂੰ ਇਹ ਮੈਨੀਪੂਲੇਟ ਕਰਨ ਜਾਣਦੇ ਨੇ। ਇਸ ਤੋਂ ਬਾਅਦ ਕੁਝ ਨਹੀਂ ਹੈ। ਜਿੱਥੇ ਵੀ ਜਾਂਦੇ ਜੇ ਕਿੰਨੇ ਮਹੀਨੇ ਕੱਢਦੇ ਜੇ, ਇਤਿਹਾਸ ਪੜੋ ਜਰਾ, ਕਦੇ ਕਿਸੇ ਸੁੱਖ ਵੀ ਮੰਗੀ ਜੇ। ਠੀਕ ਹੈ, ਤੇ ਹੁਣ ਜੇ ਤੁਸੀਂ ਕਿਤੇ ਅਕਾਲੀ ਦਲ ਦੇ ਇਤਿਹਾਸ ਤੁਸੀਂ ਤਾਂ ਪੜਿਆ ਹੈ ਨਾ, ਤੁਸੀਂ ਸਾਡੇ ਵਾਲੇ ਪਾਸੇ ਨੂੰ ਆ ਜਾਓ। ਜਦੋਂ ਤੁਹਾਨੂੰ ਪਤਾ ਹੈ ਤਾਂ ਸਾਡੇ ਤੁਸੀਂ ਵਾਲੇ ਪਾਸੇ ਨੂੰ ਆ ਜਾਓ। ਬਾਕੀ ਉਹਨੇ ਦੱਸਿਆ ਜੇ ਜਦੋਂ ਆਨੰਦਪੁਰ ਸਾਹਿਬ ਤੋਂ ਤੁਸੀਂ ਇਲੈਕਸ਼ਨ ਲੜੇ ਸੀ, ਵੱਡੇ ਲੀਡਰ ਜੇ, ਵੋਟਾਂ ਕਿੰਨੀਆਂ ਪਈਆਂ ਸੀ? ਇੰਨੀਆਂ ਨੋਟਾਂ ਤੋਂ ਵੱਧ ਪੈ ਗਈਆਂ। ਜਿਹੜਾ ਨੋਟਾ ਆ ਉਦੋਂ ਘੱਟ ਤੁਹਾਨੂੰ ਵੋਟਾਂ ਪਈਆਂ। ਤੁਸੀਂ ਲੀਡਰੀ ਦੀ ਗੱਲ ਕਰਦੇ ਜੇ, ਪਤਾ ਨਹੀਂ ਕਿਵੇਂ ਬਣ ਗਏ ਜੇ। ਮੈਂ ਤੇ ਭਲੇਖੇ ਜਾਂ ਲੀਡਰ ਬਣ ਜਾਂਦੇ ਜੇ, ਅਸੀਂ ਲੀਡਰ ਆ ਜੀ, ਆਗੂ ਆ ਜੀ, ਤੇ ਵੋਟਾਂ ਨੋਟਾਂ ਤੋਂ। ਠੀਕ ਹੈ ਬਲਟੋਆ ਸਾਹਿਬ, ਤੁਸੀਂ ਆਪਣਾ ਪੱਖ ਰੱਖਿਆ, ਸ਼ੁਕਰੀਆ। ਮੈਂ ਮਾਫੀ ਚਾਹੁੰਦਾ, ਵਿਚਾਲੇ ਰੋਕ ਰਿਹਾ ਸਾਰੇ ਦਰਸ਼ਕਾਂ ਨੂੰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਪੀਰ ਮੁਹੰਮਦ ਜੀ ਤੁਹਾਡਾ ਵੀ ਧੰਨਵਾਦ, ਵੀਰ ਦਵਿੰਦਰ ਜੀ ਤੁਹਾਡਾ ਵੀ ਧੰਨਵਾਦ ਤੇ ਬਲਟੋਆ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਦੇਖੋ ਰੇੜਕਾ ਤਾਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ, ਪਰ ਇਸ ਵਿਚਾਲੇ ਚੈਲੰਜ ਇਹ ਵੀ ਹੈ ਟਕਸਾਲੀਆਂ ਦੇ ਸਾਹਮਣੇ ਵੀ ਤੇ ਦੂਜੇ ਪਾਸੇ ਢੀਂਡਸਾ ਗਰੁੱਪ ਦੇ ਸਾਹਮਣੇ ਵੀ ਕਿ ਚਾਹੇ ਕਾਂਗਰਸ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ, ਇਹਨਾਂ ਦੇ ਨਾਲ ਮੁਕਾਬਲੇ ਤੋਂ ਪਹਿਲਾਂ ਖੁਦ ਇਹਨਾਂ ਨੂੰ ਅੰਦਰ ਜਿਹੜਾ ਇੱਕ ਗਰੁੱਪ ਜਾਂ ਕਹੀਏ ਕਿ ਅਲੱਗ-ਅਲੱਗ ਗਰੁੱਪ ਨਜ਼ਰ ਆਉਂਦੇ ਨੇ, ਉਹ ਤਾਂ ਸਭ ਕੁਝ ਸੌਰਟ ਆਊਟ ਕਰਨਾ ਹੋਏਗਾ ਕਿ ਜਿਹੜੇ ਵਰਕਰ ਨੇ, ਜਿਹੜੇ ਵੋਟਰਸ ਨੇ, ਉਹਨਾਂ ਤੱਕ ਕੀ ਮੈਸੇਜ ਪਹੁੰਚਾਉਣ ਦੇ ਵਿੱਚ ਇਹ ਕਾਮਯਾਬ ਹੋ ਰਹੇ ਨੇ। ਦੇਖਣਾ ਹੋਏਗਾ ਕਿਉਂਕਿ ਅਜੇ ਕਰੀਬ 1.5 ਸਾਲ ਹੈ ਇਲੈਕਸ਼ਨ ਦੇ ਵਿੱਚ ਤੇ ਅੱਗੇ ਕੀ ਕੁਝ ਰੂਪਰੇਖਾ ਇਹਨਾਂ ਸਾਰੀਆਂ ਪਾਰਟੀਆਂ ਦੀ ਜਾਂ ਕਹੀਏ ਕਿ ਨਵੇਂ ਧੜਿਆਂ ਦੀ ਬਣਦੀ ਹੈ। ਫਿਲਹਾਲ ਇਸ ਚਰਚਾ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।